Hello dear students, welcome to my channel Education Simplified by OCDC. This is ਵਿਨੋਦ ਕੁਮਾਰ ਗਰਗ। ਸੋ ਅਗਰ ਤੁਸੀਂ ਵੀ ਤਿਆਰੀ ਕਰ ਰਹੇ ਹੋ PPSC ਦੁਆਰਾ ਕੱਢੀਆਂ ਗਈਆਂ ਸੈਨੇਟਰੀ ਇੰਸਪੈਕਟਰ ਦੀਆਂ ਪੋਸਟਾਂ ਦੇ ਐਗਜ਼ਾਮ ਲਈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਇਸ ਵੀਡੀਓ ਵਿੱਚ ਕੁਝ ਦੇਣ ਜਾ ਰਿਹਾ ਤੁਹਾਨੂੰ ਡੈਮੋ ਕੁਐਸਚਨਸ ਅਤੇ ਉਹਨਾਂ ਦੇ ਆਨਸਰਸ। ਕੰਪਲੀਟ ਨੋਟਸ ਦੀ ਸੀਰੀਜ਼ ਖਰੀਦਣ ਦੇ ਲਈ 9876 71788 ਸੰਪਰਕ ਕਰ ਸਕਦੇ ਹੋ ਤੇ ਵਾਜਿਬ ਫੀਸ ਦੇ ਕੇ ਕੋਰਸ 'ਚ ਐਨਰੋਲ ਕਰ ਸਕਦੇ ਹੋ। शुरू करते हैं क्वेश्चन नंबर 1। क्वेश्चन नंबर 1 थोड़ा है द साइंटिफिक स्टडी ऑफ स्प्रैड एंड कंट्रोल ऑफ डिजीज़ इज़ कॉल्ड कि जदों कोई बीमारी किस तरीके नाल फैलदी है ਅਤੇ ਉਸ ਦਾ ਕਿਵੇਂ ਨਿਯੰਤਰਣ ਕੀਤਾ ਜਾ ਸਕਦਾ ਹੈ ਉਸ ਦੀ ਵਿਗਿਆਨਿਕ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹੈ ਪੈਥੋਲੋਜੀ, ਐਪੀਡੈਮੀਓਲੋਜੀ, ਪੈਥੋਫਿਜ਼ੀਓਲੋਜੀ ਜਾਂ ਫਿਰ ਮਾਈਕਰੋਬਾਇਓਲੋਜੀ। ਤਾਂ ਆਨਸਰ ਆਏਗਾ ਐਪੀਡੈਮੀਓਲੋਜੀ। क्वेश्चन नंबर 2 सडन अकरेंस ऑफ डिजीज़ इन कम्यूनिटी इज़ कॉल्ड किसी भी समुदाय विच किसी भी कम्यूनिटी विच अचानक ही कोई बीमारी फैल जाए तो उसनूं की कहा जाता है। ऑप्शन है एंडेमिक, सिंडेमिक, आउटब्रेक या प्रेवेलेंस। तो आंसर आएगा आउटब्रेक। क्वेश्चन नंबर 3 डैश सर्वे इज़ यूज टू डिटरमाइन द प्रेवेलेंस एंड जियोग्राफिकल डिस्ट्रीब्यूशन ऑफ हैपाटाइटिस बी एंड सी वायरसेस। मतलब हैपाटाइटिस हुंदा है लीवर की बीमारी करने वाला वायरस, बी ਅਤੇ सी उसकी किस्मां ਹਨ। ਤਾਂ हैपाटाइटिस बी ਅਤੇ सी वायरस ਕਿੱਥੇ ਕਿੱਥੇ ਕਿਹੜੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ ਉਸ ਨੂੰ ਕਹਾਂਗੇ ਜਿਓਗ੍ਰਾਫੀਕਲ ਡਿਸਟ੍ਰੀਬਿਊਸ਼ਨ। ਪ੍ਰੈਵਲੈਂਸ ਤੋਂ ਭਾਵ ਹੁੰਦਾ ਹੈ ਕਿ ਕਿਸ ਖੇਤਰ ਵਿੱਚ ਇਸ ਬਿਮਾਰੀ ਤੋਂ ਕਿੰਨੇ ਲੋਕ ਗ੍ਰਸਤ ਹਨ, ਕਿੰਨੇ ਪੀੜਤ ਹਨ, ਉਸ ਨੂੰ ਪ੍ਰੈਵਲੈਂਸ ਕਿਹਾ ਜਾਂਦਾ ਹੈ। ਸੋ ਇਹ ਪ੍ਰੈਵਲੈਂਸ ਦਾ ਪਤਾ ਲਗਾਉਣ ਦੇ ਲਈ ਅਤੇ ਕਿਸ ਖੇਤਰ ਵਿੱਚ ਇਹ ਵਾਇਰਸ ਫੈਲਿਆ ਹੋਇਆ ਹੈ ਇਹ ਪਤਾ ਲਗਾਉਣ ਲਈ ਜਿਹੜਾ ਸਰਵੇ ਕਰਾਂਗੇ ਉਸ ਨੂੰ ਕੀ ਕਿਹਾ ਜਾਂਦਾ ਹੈ। ਤਾਂ ਆਨਸਰ ਆਏਗਾ ਸੀਰੋਲੋਜੀਕਲ ਸਰਵੇ। ਸੀਰੋ ਤੋਂ ਭਾਵ ਹੁੰਦਾ ਸੀਰਮ, ਇਹ ਬਲੱਡ ਦਾ ਹਿੱਸਾ ਹੁੰਦਾ ਹੈ। ਸੋ ਕਿਸੇ ਵੀ ਵਾਇਰਸ ਬੈਕਟੀਰੀਆ ਦਾ ਪਤਾ ਕਰਨ ਦੇ ਲਈ ਸੀਰਮ ਦੀ ਸਟੱਡੀ ਕੀਤੀ ਜਾਂਦੀ ਹੈ ਤਾਂ ਉਸ ਨੂੰ ਕਹਾਂਗੇ ਸੀਰੋਲੋਜੀਕਲ ਸਰਵੇ। ਕੁਐਸਚਨ ਨੰਬਰ 4 ਪ੍ਰਪੋਰਸ਼ਨ ਆਫ ਦਾ ਪੋਪੂਲੇਸ਼ਨ ਦੈਟ ਹੈਜ਼ ਗਿਵਨ ਡਿਜ਼ੀਜ਼ ਇਜ਼ ਕਾਲਡ। ਸਪੋਜ਼ ਇੱਕ ਜਿਓਗ੍ਰਾਫੀਕਲ ਏਰੀਆ ਹੈ, ਇੱਕ ਖੇਤਰ ਹੈ ਜਿੱਥੇ ਪੋਪੂਲੇਸ਼ਨ 1000 ਹੈ ਤਾਂ ਉਸ ਦੇ ਵਿੱਚੋਂ ਕਿੰਨੇ ਲੋਕ 1000 ਵਿੱਚੋਂ ਕਿੰਨੇ ਲੋਕਾਂ ਨੂੰ ਕੋਈ ਬਿਮਾਰੀ ਹੈ ਤਾਂ ਉਸ ਨੂੰ ਬਿਮਾਰੀ ਦੀ ਪ੍ਰੈਵਲੈਂਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿ ਮਤਲਬ ਇੰਨੀ ਬਿਮਾਰੀ ਇਹ ਲੋਕਾਂ ਦੇ ਵਿੱਚ ਪਾਈ ਗਈ ਹੈ ਤਾਂ ਉਸ ਨੂੰ ਬੋਲਿਆ ਜਾਂਦਾ ਪ੍ਰੈਵਲੈਂਸ। क्वेश्चन नंबर 5 है कॉन्टैक्ट विद सम फैक्टर दैट मे बी हार्मफुल और बेनीफिशियल टू द हैल्थ इज़ कॉल्ड। मतलब कोई भी अजिहा फैक्टर, कोई भी अजिहा कारक जिस दे प्रभाव च आउण नाल आपां नूं कोई अपनी सेहत नूं कोई नुकसान ਜਾਂ फायदा ਹੁੰਦਾ ਹੋਵੇ ਤਾਂ ਉਸ ਦੇ ਕੰਟੈਕਟ 'ਚ ਆਉਣ ਨੂੰ ਕਿਹਾ ਕੀ ਜਾਂਦਾ ਹੈ। ਤਾਂ ਆਨਸਰ ਹੈ ਐਕਸਪੋਜ਼ਰ। ਜਿਵੇਂ ਹੁਣ ਆਪਾਂ ਕਰੋਨਾ ਦੀ ਐਗਜ਼ਾਮਪਲ ਲੈ ਲਈਏ ਤਾਂ ਸਪੋਜ਼ ਜੇ ਕੋਈ ਕਰੋਨਾ ਤੋਂ ਪੀੜਤ ਸੀ ਅਤੇ ਕਿਸੇ ਹੋਰ ਨੇ ਉਸਦੀ ਕੇਅਰ ਕੀਤੀ ਤਾਂ ਉਹ ਕਰੋਨਾ ਦੇ ਸੰਪਰਕ 'ਚ ਆ ਗਿਆ ਤਾਂ ਸੰਪਰਕ 'ਚ ਆਉਣ ਨੂੰ ਐਕਸਪੋਜ਼ਰ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 6 ਪ੍ਰਪੋਰਸ਼ਨ ਔਰ ਦਾ ਰੇਟ ਆਫ ਪਰਸਨ ਹੂ ਡਿਵੈਲਪ ਅ ਕੰਡੀਸ਼ਨ ਡੂਰਿੰਗ ਪਰਟੀਕੂਲਰ ਟਾਈਮ ਪੀਰੀਅਡ ਇਜ਼ ਕਾਲਡ। ਮਤਲਬ ਉਹ ਅਨੁਪਾਤ ਜਾਂ ਉਹ ਦਰ ਜਿਸ ਨਾਲ ਨਵੇਂ ਪੇਸ਼ੈਂਟ ਡਿਵੈਲਪ ਹੁੰਦੇ ਹਨ। ਮਤਲਬ ਸਪੋਜ਼ ਆਪਾਂ ਗੱਲ ਕਰ ਲਈਏ ਲਾਈਕ ਅਕਤੂਬਰ ਦਾ ਮੰਥ ਚੱਲ ਰਿਹਾ ਤਾਂ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਦਾ ਆਪਾਂ ਇੱਕ ਟਾਈਮ ਪੀਰੀਅਡ ਲੈ ਲਿਆ ਤਾਂ ਉਹਨੂੰ ਕਹਾਂਗੇ ਪਰਟੀਕੂਲਰ ਟਾਈਮ ਪੀਰੀਅਡ। ਤਾਂ ਇਸ ਟਾਈਮ ਪੀਰੀਅਡ ਦੌਰਾਨ ਨਵੇਂ ਪੇਸ਼ੈਂਟ ਕਿੰਨੇ ਬਣੇ ਕਿਸੇ ਬਿਮਾਰੀ ਦੇ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਇੰਸੀਡੈਂਸ। ਠੀਕ ਹੈ ਜੀ, ਇਹ ਤਾਂ ਪ੍ਰੈਵਲੈਂਸ ਤੇ ਇੰਸੀਡੈਂਸ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ, ਅਲੱਗ-ਅਲੱਗ ਸਿਸਟਮ ਨੇ। ਠੀਕ ਹੈ, ਬਿਮਾਰੀ ਨੂੰ ਸਟੱਡੀ ਕਰਨ ਦੇ। क्वेश्चन नंबर 7 है विच ऑफ द फॉलोइंग इज़ यूज ऑफ एपीडेमियोलॉजी। एपीडेमियोलॉजी के फायदे की ने। पहला है टू आइडेंटिफाई द कॉज ऑफ डिजीज़, किसी खेत्र में किसी बीमारी का कारण पता करना भी ये बीमारी क्यों हो रही है। दूसरा है आइडेंटिफाई द रिस्क फैक्टर, ये पता करना भी किहड़े फैक्टर ने किहड़े खतरे ने जिहड़े इस बीमारी के होर खतरे नूं गंभीर कर सकते हैं। तीजी ऑप्शन है आइडेंटिफाइंग द इफैक्टिव कंट्रोल एंड प्रिवेंटिव मैजर, मतलब उन्हां चीज़ों की पहचान करना कि आप इस बीमारी नूं प्रभावशाली तरीके नाल किवें रोक सकते हैं जां किवें नियंत्रण कर सकते हैं। चौथी ऑप्शन है आल ऑफ दीज। तो आंसर आएगा आल ऑफ दीज, यानी कि उपरोक्त सारे। क्वेश्चन नंबर 8 एनी पर्सन और एनिमल और प्लांट सॉइल और सबस्टांस इन विच एन इन्फेक्शियस एजेंट नॉर्मली लिव्स एंड मल्टीप्लाइज इज कॉल्ड। कोई भी व्यक्ति, कोई भी जानवर या कोई पौधा, मिट्टी या फिर कोई भी पदार्थ जिस विच इन्फैक्शन करने वाला कोई भी पैथोजन यानी कि सूक्ष्म जीव आम तौर पर रहिंदा है तो उसनूं की कहा जाता है। तो आंसर आएगा रेजरवोयर। क्वेश्चन नंबर 9
ਐਨ ਇਨਸੈਕਟ that carries a particular disease from one living thing to another is called। ਕੋਈ ਵੀ ਅਜਿਹਾ ਕੀਟ ਕੀੜਾ ਮਕੌੜਾ ਜੋ ਬਿਮਾਰੀ ਨੂੰ ਇੱਕ ਜਿੰਦਾ ਪ੍ਰਾਣੀ ਤੋਂ ਦੂਸਰੇ ਜਿੰਦਾ ਪ੍ਰਾਣੀ ਦੇ ਅੰਦਰ ਟਰਾਂਸਫਰ ਕਰਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹੈ ਕੈਰੀਅਰ, ਵੈਕਟਰ, ਹੋਸਟ ਜਾਂ ਰੈਜ਼ਰਵਾਇਰ। ਤਾਂ ਆਨਸਰ ਆਏਗਾ ਆਪਸ਼ਨ ਬੀ ਵੈਕਟਰ। ਠੀਕ ਹੈ ਜੀ, ਤਾਂ ਉਸ ਨੂੰ ਵੈਕਟਰ ਕਿਹਾ ਜਾਂਦਾ ਹੈ। ਹੋਸਟ ਜਿਹੜਾ ਹੁੰਦਾ ਹੈ ਮਤਲਬ ਜਿਸ ਦੇ ਅੰਦਰ ਬਿਮਾਰੀ ਹੁੰਦੀ ਹੈ, ਜਿਸ ਦੇ ਅੰਦਰ ਕੋਈ ਪੈਥੋਜਨ ਚਲਾ ਜਾਂਦਾ ਉਸ ਨੂੰ ਹੋਸਟ ਕਿਹਾ ਜਾਂਦਾ ਹੈ। ਠੀਕ ਹੈ ਜੀ, ਰੈਜ਼ਰਵਾਇਰ ਹੁੰਦਾ ਜਿੱਥੇ ਕੋਈ ਪੈਥੋਜਨ ਆਮ ਤੌਰ 'ਤੇ ਰਹਿੰਦਾ ਹੈ। ਕੁਐਸਚਨ ਨੰਬਰ 10 ਅਰਲੀਐਸਟ ਰਿਕਾਰਡਡ ਪੈਂਡੈਮਿਕ ਦਾ ਬਲੈਕ ਡੈਥ ਵਾਸ ਸਪੈਕੂਲੇਟਿਵ ਟੂ ਬੀ। ਜਿਹੜੀ ਸਭ ਤੋਂ ਪਹਿਲਾਂ ਜਿਹੜੀ ਇੱਕ ਬਲੈਕ ਡੈਥ ਫੈਲੀ ਸੀਗੀ, ਮਤਲਬ ਆਪਾਂ ਇਹਨੂੰ ਕਿਹਾ ਜਾਂਦਾ ਸੀ ਕਿ ਅਚਾਨਕ ਇਹ ਬਿਮਾਰੀ ਮੌਤਾਂ ਹੋਣ ਲੱਗ ਗਈਆਂ ਸੀ। ਠੀਕ ਹੈ, ਜਿਵੇਂ ਕਰੋਨਾ ਦੌਰਾਨ ਮੌਤਾਂ ਹੋਈਆਂ ਨੇ, ਤਾਂ ਸਭ ਤੋਂ ਪਹਿਲੀ ਅਜਿਹੀ ਬਿਮਾਰੀ ਜਿਹੜੀ ਰਿਕਾਰਡ ਕੀਤੀ ਗਈ ਸੀ ਜਿਹੜੀ ਗਲੋਬਲ ਤੌਰ 'ਤੇ ਫੈਲੀ ਸੀ, ਮਤਲਬ ਸੰਸਾਰ ਭਰ ਦੇ ਵਿੱਚ, ਤਾਂ ਉਹ ਕਿਹੜੀ ਸੀ। ਆਪਸ਼ਨ ਹੈ ਰੇਬਿਸ, ਪਲੇਗ, ਲੈਪਰੋਸੀ ਜਾਂ ਫਿਰ ਕੋਈ ਨਹੀਂ। ਤਾਂ ਆਨਸਰ ਆਏਗਾ ਪਲੇਗ। ਠੀਕ ਹੈ ਜੀ, ਪਲੇਗ ਇੱਕ ਬਹੁਤ ਖਤਰਨਾਕ ਬਿਮਾਰੀ ਸੀ ਜੋ ਕਿ ਚੂਹਿਆਂ ਦੇ ਰਾਹੀਂ ਫੈਲਦੀ ਸੀਗੀ। ਬੈਕਟੀਰੀਅਲ ਬਿਮਾਰੀ ਹੈ ਇਹ। ਬੈਕਟੀਰੀਆ ਦਾ ਨਾਮ ਹੈ ਅਰਸੀਨੀਆ ਪੈਸਟਿਸ ਜੋ ਇਸ ਪਲੇਗ ਬਿਮਾਰੀ ਨੂੰ ਕਰਦਾ ਗਾ। ਕੁਐਸਚਨ ਨੰਬਰ 11 SARS ਸਟੈਂਡ ਫॉर SARS। ਆਪਸ਼ਨ ਹੈ ਸਵੀਅਰ ਐਂਟੀ ਰੈਸਪੀਰੇਟਰੀ ਸਿੰਡਰੋਮ, ਸੀਰੀਅਸ ਅਕਿਊਟ ਰੈਸਪੀਰੇਟਰੀ ਸਿੰਡਰੋਮ, ਸਵੀਅਰ ਅਸਥਮੈਟਿਕ ਰੈਸਪੀਰੇਟਰੀ ਸਿੰਡਰੋਮ ਜਾਂ ਫਿਰ ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ। ਤਾਂ ਆਨਸਰ ਆਏਗਾ ਆਪਸ਼ਨ ਡੀ SARS ਸਟੈਂਡ ਫॉर ਸਵੀਅਰ ਅਕਿਊਟ ਰੈਸਪੀਰੇਟਰੀ ਸਿੰਡਰੋਮ। ਸਾਹ ਪ੍ਰਣਾਲੀ ਦੀ ਬਹੁਤ ਗੰਭੀਰ ਬਿਮਾਰੀ ਹੈ ਇਹ, ਅਤੇ ਇਹ ਵਾਇਰਸ ਤੋਂ ਹੁੰਦੀ ਹੈ। ਜਿਸ ਤਰ੍ਹਾਂ ਕਰੋਨਾ ਵਾਇਰਸ ਹੈ ਉਵੇਂ ਸਾਰਸ ਵੀ ਇੱਕ ਕਰੋਨਾ ਹੀ ਕੈਟੇਗਰੀ ਦਾ ਵਾਇਰਸ ਹੈ। ਸੋ ਜਿਹੜੇ ਪੇਸ਼ੈਂਟ ਦਾ ਇਮਿਊਨ ਸਿਸਟਮ ਡਾਊਨ ਹੁੰਦਾ ਹੈ ਤਾਂ ਉਹਨਾਂ ਦੇ ਉੱਪਰ ਇਹ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਬੁਰਾ ਇਫੈਕਟ ਪਾਉਂਦਾ ਹੈ। ਕੁਐਸਚਨ ਨੰਬਰ 12 ਪੋਜ਼ੀਟਿਵ ਏਜੰਟ ਆਫ ਸਪੈਨਿਸ਼ ਫਲੂ ਇਨ 1918 ਵਾਸ। 1918 ਦੇ ਵਿੱਚ ਫੈਲੇ ਸਪੈਨਿਸ਼ ਫਲੂ ਦਾ ਕਾਰਕ ਕਿਹੜਾ ਸੀ, ਮਤਲਬ ਕਿਸ ਨੇ ਕੌਜ਼ ਕੀਤਾ ਸੀ। ਆਪਸ਼ਨ ਹੈ ਸਾਲਮੋਨੇਲਾ ਬੈਕਟੀਰੀਆ, ਅਰਸੀਨੀਆ ਪੈਸਟਿਸ ਬੈਕਟੀਰੀਆ, H1N1 ਵਾਇਰਸ ਜਾਂ ਫਿਰ ਸਾਰਸ ਕਰੋਨਾ ਵਾਇਰਸ 2। ਤਾਂ ਆਨਸਰ ਆਏਗਾ ਆਪਸ਼ਨ ਸੀ H1N1 ਵਾਇਰਸ। ਇਹ ਸੂਰਾਂ ਦੇ ਰਾਹੀਂ ਫੈਲਿਆ ਸੀ। ਕੁਐਸਚਨ ਨੰਬਰ 13 ਹੈ ਇਨ ਐਨ epidemiological study first case which comes to attention of the investigator is। ਕਿਸੇ ਖੋਜਕਰਤਾ ਦੇ ਧਿਆਨ ਵਿੱਚ ਆਉਣ ਵਾਲਾ ਪਹਿਲਾ ਕੇਸ, ਪਹਿਲਾ ਪੇਸ਼ੈਂਟ ਜੋ ਕਿਸੇ ਬਿਮਾਰੀ ਤੋਂ ਪੀੜਤ ਹੁੰਦਾ ਹੈ ਤਾਂ ਉਸ ਨੂੰ ਪਹਿਲੇ ਕੇਸ ਨੂੰ ਕੀ ਕਿਹਾ ਜਾਂਦਾ। ਤਾਂ ਆਨਸਰ ਆਏਗਾ ਇੰਡੈਕਸ ਕੇਸ, ਆਪਸ਼ਨ ਏ। ਕੁਐਸਚਨ ਨੰਬਰ 14 search for unrecognized disease or defect by means of rapidly applied test or other procedure is called। ਕਿਸੇ ਵੀ ਪ੍ਰੋਸੀਜਰ, ਕਿਸੇ ਪ੍ਰਕਿਰਿਆ ਦੇ ਦੁਆਰਾ ਜਾਂ ਕਿਸੇ ਟੈਸਟ ਦੇ ਦੁਆਰਾ ਅਨਰੀਕੋਗਨਾਈਜ਼ਡ ਬਿਮਾਰੀਆਂ ਦਾ ਪਤਾ ਲਗਾਉਣ ਨੂੰ ਕੀ ਕਿਹਾ ਜਾਂਦਾ ਹੈ। ਆਪਸ਼ਨ ਹੈ ਅਸੈਸਮੈਂਟ, ਆਊਟਕਮ, ਸਕਰੀਨਿੰਗ ਜਾਂ ਡਾਇਗਨੋਸਿਸ। ਤਾਂ ਆਨਸਰ ਆਏਗਾ ਆਪਸ਼ਨ ਸੀ ਸਕਰੀਨਿੰਗ, ਜਿਸ ਤਰ੍ਹਾਂ TB ਦੀ ਜਾਂ ਏਡਜ਼ ਦੀ ਸਕਰੀਨਿੰਗ ਕੀਤੀ ਜਾਂਦੀ ਹੈ। ਕੁਐਸਚਨ ਨੰਬਰ 15 ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਯੂਜ਼ ਆਫ ਸਕਰੀਨਿੰਗ ਆਫ ਡਿਜ਼ੀਜ਼। ਮਤਲਬ ਸਕਰੀਨਿੰਗ ਕਿਉਂ ਕਰਦੇ ਹਾਂ। ਆਪਸ਼ਨ ਹੈ ਫॉर ਕੇਸ ਡਿਟੈਕਸ਼ਨ, ਫॉर ਦਾ ਕੰਟਰੋਲ ਆਫ ਡਿਜ਼ੀਜ਼ ਜਾਂ ਫਿਰ ਫॉर ਰਿਸਰਚ ਪਰਪਸ, ਮਤਲਬ ਖੋਜਕਰਤਾ ਦੇ ਲਈ। ਤਾਂ ਆਨਸਰ ਆਏਗਾ ਆਪਸ਼ਨ ਡੀ ਆਲ ਆਫ ਦੀਜ਼, ਕਿ ਆਪਾਂ ਜਿਹੜੀ ਸਕਰੀਨਿੰਗ ਕਰਦੇ ਹਾਂ ਉਹ ਕੇਸ ਨੂੰ ਡਿਟੈਕਟ ਕਰਨ ਲਈ ਕਰਦੇ ਆ ਕਿ ਕਿਸੇ ਬਿਮਾਰੀ ਦਾ ਕੋਈ ਕੇਸ ਹੈ ਜਾਂ ਨਹੀਂ ਹੈ, ਜਾਂ ਫਿਰ ਬਿਮਾਰੀ ਅਗਰ ਹੈ ਤਾਂ ਉਸਦੇ ਕੰਟਰੋਲ ਕਰਨ ਦੇ ਲਈ ਆਪਾਂ ਸਕਰੀਨਿੰਗ ਕਰਦੇ ਹਾਂ, ਜਾਂ ਫਿਰ ਖੋਜ ਦੇ ਲਈ ਵੀ ਸਕਰੀਨਿੰਗ ਕਰ ਸਕਦੇ ਹਾਂ। ਸੋ ਇਹ ਸਨ 15 ਬਹੁਤ ਹੀ ਬਿਹਤਰੀਨ ਕੁਐਸਚਨ ਅਤੇ ਉਹਨਾਂ ਦੇ ਆਨਸਰ ਜੋ ਤੁਹਾਡੇ ਸੈਨੇਟਰੀ ਇੰਸਪੈਕਟਰ ਪੋਸਟ ਲਈ ਬਹੁਤ ਜ਼ਰੂਰੀ ਨੇ, ਪ੍ਰੋਬੇਬਲ ਨੇ, ਇਹਨਾਂ ਦੀ ਪੁੱਛੇ ਜਾਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਸੋ ਕੰਪਲੀਟ ਬੈਸਟ ਨੋਟਸ ਅਤੇ ਉਹਦੀ ਸੀਰੀਜ਼ ਪਰਚੇਸ ਕਰਨ ਦੇ ਲਈ, MCQ ਸੀਰੀਜ਼ ਪਰਚੇਸ ਕਰਨ ਦੇ ਲਈ 98 771 788 ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫॉर ਵਾਚਿੰਗ।